ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਾਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੂਖਨ ਆਰਜਾ ਘਟੈ ਸੰਤ ਕੈ ਦੂਖਨ ਜਮ ਤੇ ਨਹੀਂ ਛੁਟੈ ਸੰਤ ਕੈ ਦੂਖਨ ਸੁਖ ਸਭ ਜਾਏ ਸੰਤ ਕੈ ਦੂਖਨ ਨਰਕ ਮੈਂ ਪਾਏ। ਸੰਤ ਕੈ ਦੂਖਨ ਮਤ ਹੋਏ ਮਲੀਨ ਸੰਤ ਕੈ ਦੂਖਨ ਸੋਭਾ ਤੇ ਹੀਨ ਸੰਤ ਕੇ ਹੱਤੇ ਕੋ ਰਖੈ ਨ ਕੋਏ ਸੰਤ ਕੈ ਦੂਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ। ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਾਵਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਜਰਾ ਹਜੂਰ ਸਰਬ ਕਲਾ ਭਰਪੂਰ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਸੁਖਮਣੀ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ 13ਵੇਂ ਸ਼ਲੋਕ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ।
ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਜੋ ਜਿਹੜਾ ਜਨ ਪੁਰਖ ਸੰਤ ਸਾਧ ਆਤਮਾ ਮਹਾਤਮਾ ਜਨਾਂ ਦੀ ਸਰਨ ਵਿੱਚ ਓਟ ਵਿੱਚ ਪੈਣਾ ਕਰਦਾ ਹੈ। ਸੰਤ ਸਰਨ ਜੋ ਜਨ ਪਰੈ, ਕਿ ਜਿਹੜਾ ਪੁਰਖ ਸੰਤ ਸਾਤ ਆਤਮਾ ਮਹਾਤਮਾ ਜਨਾਂ ਦੀ ਸਰਨ ਓਟ ਵਿੱਚ ਪੈਣਾ ਕਰਦਾ ਹੈ, ਸੋ ਜਨ ਉਧਰਨਹਾਰ, ਕਿ ਉਹ ਜਨ ਉਹ ਪੁਰਖ ਸੰਸਾਰ ਸਮੁੰਦਰ ਤੋਂ ਉਧਰਨਹਾਰ ਉਧਰਨੇਹਾਰਾ ਭਾਵ ਮੁਕਤ ਹੋ ਜਾਂਦਾ ਹੈ। ਅਰਥਾਤ ਸੰਤ ਅਸਲੀ ਹੋਵੇ। ਸੰਤ ਕੌਣ ਹੈ? ਗੁਰੂ ਜੀ ਫਰਮਾਉਂਦੇ ਹਨ, ਜਿਨ੍ਹਾਂ ਸਾਸ ਗਿਰਾਸ ਨਾ ਬਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਕਿ ਜਿਨ੍ਹਾਂ ਨੇ ਸਾਸ ਗਰਾਸ ਪਰਮੇਸ਼ਰ ਦੇ ਨਾਮ ਨੂੰ ਨਹੀਂ ਵਿਸਾਰਿਆ, ਹਰ ਨਾਮਾ ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਮੰਤ ਮਨ ਦੇ ਵਿੱਚ ਧਾਰਨ ਕੀਤਾ ਹੈ, ਧਨ ਸੇਈ ਨਾਨਕਾ। ਮਹਾਰਾਜ ਜੀ ਕਹਿਣ ਲੱਗੇ ਉਹ ਧਨਤਾ ਦੇ ਯੋਗ ਹਨ। ਪੂਰਨ ਸੋਈ ਸੰਤ, ਉਹ ਪੂਰਨ ਸੰਤ ਹਨ ਜਿਨ੍ਹਾਂ ਨੇ ਸਾਸ ਗਰਾਸ, ਸਾਸ ਆਉਂਦਿਆਂ ਸਾਸ ਜਾਂਦਿਆਂ, ਗਰਾਸ ਕੇ ਬੁਰਕੀ ਅੰਦਰ ਜਾਂਦਿਆਂ ਵੀ, ਖਾਣਾ ਖਾਂਦਿਆਂ ਵੀ, ਅਤੇ ਸਵਾਸ ਆਉਂਦਿਆਂ ਜਾਂਦਿਆਂ ਵੀ ਉਸ ਪਰਮੇਸ਼ਰ ਦਾ ਨਾਮ ਨਹੀਂ ਵਿਸਰਿਆ, ਨਾਮ ਨਹੀਂ ਭੁੱਲਿਆ, ਅਤੇ ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਦੇ ਵਿੱਚ ਵਸਾ ਕੇ ਰੱਖਿਆ ਹੈ। ਅੱਠੇ ਪਹਿਰ ਪਰਮੇਸ਼ਰ ਦਾ ਨਾਮ ਜਿਸ ਦੀ ਰਸਨਾ 'ਤੇ ਹੈ। ਮਹਾਰਾਜ ਜੀ ਕਹਿਣ ਲੱਗੇ, ਨਾਨਕ ਨਾਨਕਾ ਪੂਰਨ ਸੋਈ ਸੰਤ, ਉਹ ਹੀ ਪੂਰਨ ਸੰਤ ਹਨ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜੋ ਸੰਤਾਂ ਦੀ ਨਿੰਦਾ ਕਰਦਾ ਹੈ, ਬਦਨਾਮੀ ਕਰਦਾ ਹੈ, ਅਤੇ ਨਾਲ ਬਹੁਰ ਬਹੁਰ ਮੁੜ ਮੁੜ ਕੇ ਜੋਨੀਆਂ ਵਿੱਚ, ਅਵਤਾਰ ਦਾ ਭਾਵ ਹੈ ਉਤਰਨਾ ਕਰਦਾ ਹੈ, ਜੰਮਣ ਮਰਨ ਦੇ ਵਿੱਚ ਪਿਆ ਰਹਿੰਦਾ ਹੈ, ਅਵਤਾਰ ਆਉਂਦਾ ਜਾਂਦਾ ਹੈ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੰਤ ਦੀ ਨਿੰਦਾ, ਸੰਤ ਦੀ ਬਦਨਾਮੀ ਕਰਨ ਨਾਲ ਬਹੁਰ ਬਹੁਰ ਮੁੜ ਮੁੜ ਕੇ ਜੋਨੀਆਂ ਵਿੱਚ ਅਵਤਾਰ ਉਤਰਨਾ ਪੈਂਦਾ ਹੈ, ਆਉਣਾ ਪੈਂਦਾ ਹੈ। ਅਸ਼ਟਪਦੀ ਸੰਤ ਕੈ ਦੂਖਨ ਆਰਜਾ ਘਟੈ। ਕਿ ਸੰਤਾਂ ਦੇ ਉੱਪਰ ਦੂਖਨ ਦੋਖ ਆਰੋਪਣੇ ਕਰਕੇ, ਐਵੇਂ ਦੋਸ਼ ਲਾਉਣੇ ਕਰਕੇ ਆਰਜਾ ਉਮਰ ਘਟ ਜਾਂਦੀ ਹੈ। ਜਿਨ੍ਹਾਂ ਵਿੱਚ ਕੇਵਲ ਗੁਣ ਹੀ ਗੁਣ ਹੋਣ, ਔਗੁਣ ਕੋਈ ਨਾ ਹੋਵੇ, ਕੇਵਲ ਪਰਮੇਸ਼ਰ ਦੇ ਨਾਮ ਨਾਲ ਪ੍ਰੇਮ ਹੋਵੇ, ਉਹਨਾਂ ਵਿੱਚ ਔਗਣ ਕੱਢ ਕੇ ਦੋਸ਼ ਲਾਉਣੇ ਐਵੇਂ। ਸਾਗਲ ਗੁਣ ਆਵਗੁਣ ਨਾ ਕੋਈ, ਹਰ ਨੀਤਾ ਨੀਤਾ। ਮਹਾਰਾਜ ਜੀ ਕਹਿਣ ਲੱਗੇ, ਸੰਤ ਕੈ ਦੂਖਨ ਜਮ ਤੇ ਨਹੀਂ ਛੁੱਟੈ। ਕਿ ਸੰਤਾਂ ਦੇ ਉੱਪਰ ਦੋਸ਼ ਲਾਉਣ ਵਾਲਾ ਕਦੇ ਵੀ ਜਮਾ ਤੋਂ ਛੁਟਕਾਰਾ ਨਹੀਂ ਪਾ ਸਕਦਾ। ਸੰਤ ਕੈ ਦੂਖਨ ਸੁਖ ਸਭ ਜਾਏ। ਸੰਤਾਂ ਦੇ ਦੂਖਨ ਦੋਖ ਲਾਉਣੇ ਕਰਕੇ ਸਾਰੇ ਸੁੱਖ ਚਲੇ ਜਾਂਦੇ ਹਨ। ਸੰਤ ਕੈ ਦੂਖਨ ਨਰਕ ਮੈਂ ਪਾਏ। ਅਤੇ ਸੰਤਾਂ 'ਤੇ ਦੋਸ਼ ਲਾਉਣੇ ਕਰਕੇ ਨਿੰਦਕ ਪੁਰਖ ਨਰਕਾਂ ਵਿੱਚ ਪਾਇਆ ਜਾਂਦਾ ਹੈ। ਸੰਤ ਕੈ ਦੂਖਨ ਸੁਖ ਸਭ ਜਾਏ, ਸੰਤ ਕੈ ਦੂਖਨ ਨਰਕ ਮੈਂ ਪਾਏ। ਕਿ ਸੰਤਾਂ 'ਤੇ ਦੂਖਨ ਦੋਖ ਲਾਉਣੇ ਕਰਕੇ ਸਾਰੇ ਸੁੱਖ ਚਲੇ ਜਾਂਦੇ ਹਨ। ਸੰਤ 'ਤੇ ਦੋਖ ਲਾਉਣੇ ਕਰਕੇ ਨਿੰਦਕ ਪੁਰਖ ਨਰਕਾਂ ਵਿੱਚ ਪਾਇਆ ਜਾਂਦਾ ਹੈ। ਸੰਤ ਕੈ ਦੂਖਨ ਮਤ ਹੋਏ ਮਲੀਨ। ਸੰਤਾਂ 'ਤੇ ਦੋਸ਼ ਲਾਉਣੇ ਕਰਕੇ ਜੀਵ ਦੀ ਮਤ, ਜੀਵ ਦੀ ਬੁੱਧੀ ਮਲੀਨ ਹੋ ਜਾਂਦੀ ਹੈ, ਗੰਦੀ ਹੋ ਜਾਂਦੀ ਹੈ। ਸੰਤ ਕੈ ਦੂਖਨ ਸੋਭਾ ਤੇ ਹੀਨ। ਸੰਤਾਂ 'ਤੇ ਦੋਸ਼ ਲਾਉਣੇ ਕਰਕੇ ਦੋਖੀ ਪੁਰਸ਼ ਸੋਭਾ ਤੋਂ, ਵਡਿਆਈ ਤੋਂ ਰਹਿਤ ਹੋ ਜਾਂਦਾ ਹੈ। ਸੰਤ ਕੇ ਹੱਤੇ ਕੋ ਰੱਖੈ ਨਾ ਕੋਏ।
ਸੰਤਾਂ ਦੇ ਹੱਥੇ ਸੰਤਾਂ ਦੇ ਮਾਰੇ ਭਾਵ ਫਟਕਾਰੇ ਨੂੰ ਕੋਈ ਵੀ ਨਹੀਂ ਰੱਖ ਸਕਦਾ। ਸੰਤ ਕੇ ਹੱਤੇ ਕੋ ਰੱਖੈ ਨਾ ਕੋਏ, ਸੰਤ ਕੈ ਦੂਖਨ ਥਾਨ ਭ੍ਰਸ਼ਟ ਹੋਏ। ਕਿ ਸੰਤਾਂ ਜਨਾਂ ਤੇ ਦੂਸ਼ਣ ਦੋਖ ਲਾਉਣੇ ਕਰਕੇ ਜਿਸ ਥਾਂ ਤੇ ਦੋਖੀ ਰਹਿੰਦਾ ਹੈ ਉਹ ਥਾਂ ਮਲੀਨ ਹੋ ਜਾਂਦਾ ਹੈ, ਭ੍ਰਿਸ਼ਟ ਹੋ ਜਾਂਦਾ ਹੈ। ਸੰਤ ਜਨਾਂ ਦੇ ਉੱਪਰ ਦੋਸ਼ ਆਰੋਪਣ ਵਾਲੇ ਨਿੰਦਕ ਦਾ ਸਰੀਰ, ਨਿੰਦਕ ਦਾ ਹਿਰਦਾ ਰੂਪੀ ਥਾਂ ਭ੍ਰਸ਼ਟ ਹੋ ਜਾਂਦਾ ਹੈ, ਮਲੀਨ ਹੋ ਜਾਂਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਨਾਲ ਸਮਝਾਉਣਾ ਕੀਤਾ ਹੈ। ਸੰਤ ਕਿਰਪਾਲ ਕਿਰਪਾ ਜੇ ਕਰੈ, ਸੰਤ ਕਿਰਪਾਲ ਸੰਤ ਕਿਰਪਾਲੂ ਜੇਕਰ ਕਿਰਪਾ ਮਿਹਰ ਕਰ ਦੇਣ ਤਾਂ ਨਾਨਕ ਸੰਤ ਸੰਗ ਨਿੰਦਕ ਵੀ ਤਰੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੰਤਾਂ ਦੀ ਸੰਗਤ ਕਰਕੇ ਨਿੰਦਕ ਦੋਖੀ ਪੁਰਸ਼ ਵੀ ਤਰ ਜਾਂਦਾ ਹੈ, ਭਾਵ ਉਸ ਦਾ ਵੀ ਉਧਾਰ ਹੋ ਜਾਂਦਾ ਹੈ। ਪਹਿਲੇ ਅਸ਼ਟਪਦੀ ਦੇ ਵਿੱਚ ਪਹਿਲਾ ਸ਼ਬਦ ਇੱਥੋਂ ਤੱਕ ਸੰਪੂਰਨ ਹੋਇਆ। ਅਗਲੇ ਸ਼ਬਦ ਦੇ ਵਿੱਚ, ਦੂਸਰੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਸੰਤ ਕੈ ਦੂਖਨ ਤੇ ਮੁਖ ਭਵੈ। ਸੰਤ ਕੈ ਦੂਖਨ ਤੇ ਮੁਖ ਭਵੈ ਕਿ ਸੰਤਾਂ ਦੇ ਉੱਪਰ ਦੋਸ਼ ਲਾਉਣੇ ਤੋਂ ਦੋਸ਼ ਲਾਉਣ ਵਾਲੇ ਦਾ ਮੁੱਖ ਮੂੰਹ ਭੌਂ ਭਾਵ ਮੁੜ ਜਾਂਦਾ ਹੈ, ਭਾਵ ਲਕਵੇ ਦੀ ਬਿਮਾਰੀ ਹੋ ਜਾਂਦੀ ਹੈ। ਸੰਤ ਕੈ ਦੂਖਨ ਤੇ ਮੁਖ ਭਵੈ ਕਿ ਸੰਤਾਂ ਦੇ ਉੱਪਰ ਦੋਸ਼ ਲਾਉਣੇ ਤੋਂ ਦੋਸ਼ ਲਾਉਣ ਵਾਲੇ ਦਾ ਮੁੱਖ ਮੂੰਹ ਭੌਂ ਜਾਂਦਾ ਹੈ, ਭਾਵ ਲਕਵੇ ਦੀ ਬਿਮਾਰੀ ਹੋ ਜਾਂਦੀ ਹੈ। ਸੰਤਨ ਕੈ ਦੂਖਨ ਕਾਗਜੋਂ ਲਵੈ ਕਿ ਜੇ ਇਸ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਿੱਚ ਜ਼ਰੂਰ ਹੋ ਜਾਂਦੀ ਹੈ। ਸੰਤ ਪੁਰਖਾਂ ਦੇ ਉੱਪਰ ਦੋਸ਼ ਲਾਉਣੇ ਕਰਕੇ ਜੀਵ ਕਾਗਜੋਂ ਲਵੈ, ਕਾਗ ਕਾਂ ਬਾਂਗ ਬੇਅਰਥ ਹੀ ਬਕਵਾਦ ਕਰਦਾ ਰਹਿੰਦਾ ਹੈ, ਕਾਂ ਵਾਂਗੂ ਕਾਂ ਕਾਂ ਬੋਲਦਾ ਰਹਿੰਦਾ ਹੈ। ਸੰਤਨ ਕੈ ਦੂਖਨ ਸਰਪ ਜੋ ਨ ਪਾਏ, ਸੰਤਾਂ ਦੇ ਉੱਪਰ ਦੂਖਨ ਦੋਸ਼ ਲਾਉਣੇ ਕਰਕੇ ਜੀਵ ਸਰਪ ਸੱਪ ਦੀ ਜੂਨੀ ਵਿੱਚ ਪਾਇਆ ਜਾਂਦਾ ਹੈ। ਸੰਤ ਕੈ ਦੂਖਨ ਤਿਰਗਿਦ ਜੋਨ ਕਰਮਾਏ ਕਿ ਸੰਤਾਂ ਦੇ ਉੱਪਰ ਦੋਖ ਲਾਉਣੇ ਕਰਕੇ ਤਿਰਗਿਦ ਜੋਨ ਟੇਢੀਆਂ ਜੂਨਾਂ ਕਿਰਮਾਏ ਕੀੜੇ ਮਕੌੜੇ ਕਿਰਮ ਕਿਰਲੀ ਆਦਿਕ ਵਿੱਚ ਪੈਦਾ ਹੁੰਦਾ ਹੈ। ਸੰਤਨ ਕੈ ਦੂਖਨ ਤ੍ਰਿਸ਼ਨਾ ਮੈਂ ਜਲੈ, ਸੰਤਾਂ ਦੇ ਉੱਪਰ ਦੋਸ਼ ਲਾਉਣੇ ਕਰਕੇ ਨਿੰਦਕ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਸੰਤ ਕੈ ਦੂਖਨ ਸਭ ਕੋ ਛਲੈ, ਸੰਤਾਂ ਦੇ ਉੱਪਰ ਦੋਸ਼ ਲਾਉਣੇ ਕਰਕੇ ਨਿੰਦਕ ਸਾਰਿਆਂ ਨੂੰ ਧੋਖਾ ਦਿੰਦਾ ਹੈ, ਭਾਵ ਕਿਸੇ ਨਾਲ ਵੀ ਤਲਾ ਮਾਨਸ ਹੋ ਕੇ ਨਹੀਂ ਨਿਬੜਦਾ, ਭਲਮਾਨਸੀ ਨਾਲ ਨਹੀਂ ਨਿਬੜਦਾ। ਨਿੰਦਕ ਦਾ ਐਸਾ ਸੁਭਾਅ ਹੋ ਜਾਂਦਾ ਹੈ। ਸੰਤ ਕੈ ਦੂਖਨ ਤੇਜ ਸਭ ਜਾਏ, ਸੰਤਾਂ ਦੇ ਉੱਪਰ ਦੋਸ਼ ਲਾਉਣੇ ਕਰਕੇ ਸਾਰਾ ਤੇਜ ਸਾਰਾ ਪ੍ਰਤਾਪ ਚਲਿਆ ਜਾਂਦਾ ਹੈ। ਸੰਤ ਕੈ ਦੂਖਨ ਨੀਚ ਨਿਚਾਏ, ਸੰਤਾਂ ਦੇ ਉੱਪਰ ਦੋਸ਼ ਲਾਉਣੇ ਕਰਕੇ ਨਿੰਦਕ ਨੀਚਾਂ ਤੋਂ ਵੀ ਨੀਚ ਨਿਚਾਏ ਨੀਚ ਹੋ ਜਾਂਦਾ ਹੈ, ਭਾਵ ਜਿਵੇਂ ਨੀਚ ਕਮਾਈ ਪਸ਼ੂਆਂ ਨੂੰ ਵੱਢਣ ਦਾ ਕੰਮ ਕਰਦੇ ਹਨ, ਉਹਨਾਂ ਕਸਾਈਆਂ ਤੋਂ ਵੀ ਨੀਚ ਹੋ ਜਾਂਦਾ ਹੈ, ਨੀਵਾਂ ਹੋ ਜਾਂਦਾ ਹੈ। ਸੰਤ ਦੋਖੀ ਕਾ ਥਾਉ ਕੋ ਨਾਹੇ, ਸੰਤ ਦੋਖੀ ਕਾ ਥਾਉ ਕੋ ਨਾਹੇ, ਸੰਤ ਮਹਾਤਮਾ ਦੇ ਦੋਸ਼ੀ ਦਾ ਕੋਈ ਲੋਕ ਪਰਲੋਕ ਵਿੱਚ ਥਾਂ ਨਹੀਂ ਹੈ, ਭਾਵ ਉਸ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ। ਸਤਿਗੁਰੂ ਜੀ ਕਥਨ ਕਰਦੇ ਹਨ, ਜੇਕਰ ਸੰਤਾਂ ਨੂੰ ਭਾ ਜਾਏ, ਚੰਗਾ ਲੱਗੇ, ਤਾਂ ਉਹ ਨਿੰਦਕ ਵੀ ਮੁਕਤੀ ਨੂੰ ਪਾ ਸਕਦਾ ਹੈ। ਸੰਤ ਕਾ ਨਿੰਦਕ ਮਹਾ ਅਤਤਾਈ, ਸੰਤਾਂ ਦਾ ਨਿੰਦਕ ਆਪ ਜਸ ਕਰਨ ਵਾਲਾ ਮਹਾ ਅਤਤਾਈ ਵੱਡਾ ਭਾਰੀ ਪਾਪੀ ਹੈ।
संत का निंदक महा अतताई के संत दा निंदक अप जस करन वाला महा अतताई बड़ा भारी पापी है। उसनों अतताई कहते हैं जो 6 दोषां दे सहित होवे, जिस दे अंदर 6 दोष होण उसनों अतताई कहते हैं। किसी मकान नूं अग लाउणी, शास्त्रधारी शास्त्रहीन नूं मारना, बगैर शास्त्र वाले नूं मारना, किसी नूं जहर दे के मार देना, अपनी ताकत नाल दूसरे दा धन खोना, जबरदस्ती पराई इस्त्री नूं चुक लैना, पराई जमीन खो लैनी। इस करके संतां दी निंदिया करन वाले पुरुष नूं महा अतताई कहते हैं। आगन लाए बिख देवई, शास्त्रहीन को मार, धनदारा भूमि हरै, अतताई दोए चार। संत का निंदक खिन टिकन ना पाई। संतां दा निंदक आप जस करन वाला एक छिन भी किसी पदवी ते टिकाणा नहीं पाउणा करदा। संत का निंदक महा हत्यारा। संतां दा निंदक बड़ा हत्यारा, हत्या करन वाला भाव पापी हुंदा है। संत का निंदक परमेश्वर मारा, भाव अति पापी हुंदा है। संतां दा निंदक परमेश्वर वल्लों मारिया होया हुंदा है। संत का निंदक राज ते हीन। संतां दा निंदक आप जस करन वाला जे राज दा मालक होवे तां राज तो भी हीन रहत हो जाता है। संत का निंदक राज ते हीन के संतां दा निंदक आप जस करन वाला जे राज दा मालक भी होवे तां संतां दी निंदिया करन तो राज तो हीन, राज तो रहत हो जाता है। संतां दा निंदक ज्ञान तो हीन रहत हो जाता है। संतां दा निंदक सरीरक रोगां तो दुखिया अत्यंत दुखी हो के कंगाली धार के होरना दे अधीन हुंदा है। संत का निंदक दुखिया अर दीन के संतां दा निंदक दुखी अते दीन कंगाल हो के हरेक दे अगे अधीन होया रहिंदा है। संत के निंदक को सर्ब रोग। संतां दे निंदक आप जस करन वाले नूं सरीरक काम क्रोध लोभ मोह आदਿਕ सारे रोग आ चिंबड़ते हैं। संत के निंदक को सदा विजोग। संतां दे निंदक नूं हमेशा परमेश्वर नालों विछोड़ा पिया रहिंदा है। विजोग विछोड़े नूं कहा है कि परमेश्वर नालों विछोड़ा पिया रहिंदा है। जो संतां दा निंदक है शुभ गुणा तो विछोड़ा पिया रहिंदा है। संत की निंदा दोख मैं दोख। संतां दी निंदिया बदनामी करनी दोषां विचों वड्डा दोष है। संतां दी निंदिया करन वाला सारियां दोखां विचों भारी दोषी हुंदा है, बड़ा भारी पापी हुंदा है। नानक संत भावै तां उसका भी होए मोख। गुरु अर्जन देव महाराज जी समझा रहे हैं कि जेकर संत सांत आत्मा महात्मा जिन्हां नूं भा जाए तां उस दा भी मोख मुक्त कर दिंदे हन। क्योंकि सत पुरख निरवैर हुंदे हन, किसी दे नाल बैर नहीं रखते। संत का दोखी सदा अपवित। संतां दा दोखी हमेशा मन करके अपवित्र भाव मलीन रहिंदा है। संत का दोखी किसै का नहीं मित। संतां दा दोछी किसे दा मित्र नहीं हुंदा। संत के दोखी को डान लागै। संतां दे दोछी नूं जमा दा डान डंड लगदा है। संत के दोखी को सब त्यागै। संतां दे दोछी नूं सारे रब दे प्यारे त्याग दिंदे हन, छड्ड दिंदे हन। क्योंकि संत का दोखी महा अहंकारी। संतां दा दोषी महा अहंकारी के अत्यंत अहंकार वाला हुंदा है।
ਸੰਤ ਕਾ ਦੋਖੀ ਸਦਾ ਬਿਕਾਰੀ। ਕਿ ਸੰਤਾਂ ਦਾ ਦੋਛੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਵਿਸ਼ਿਆਂ ਵਿੱਚ ਲੱਗ ਕੇ ਹਮੇਸ਼ਾ ਵਿਕਾਰੀ ਬਣਿਆ ਰਹਿੰਦਾ ਹੈ, ਵਿਕਾਰ ਭੋਗਦਾ ਹੈ। ਸੰਤ ਕਾ ਦੋਖੀ ਜਨਮੈ ਮਰੈ। ਸੰਤਾਂ ਦਾ ਦੋਛੀ ਜੰਮਦਾ ਮਰਦਾ ਰਹਿੰਦਾ ਹੈ, ਭਾਵ ਕਦੇ ਵੀ ਮੁਕਤ ਨਹੀਂ ਹੁੰਦਾ। ਸੰਤ ਕੀ ਦੁਖ ਨਾ ਸੁਖ ਤੇ ਟਰੈ। ਸੰਤਾਂ ਦੀ ਦੁਖ ਨਾ ਨਿੰਦਿਆ ਕਰਨ ਵਾਲਾ ਸੁੱਖਾਂ ਤੋਂ ਟਲ ਜਾਂਦਾ ਹੈ। ਸੰਤਾਂ ਦੀ ਨਿੰਦਿਆ ਕਰਕੇ ਆਤਮਿਕ ਸੁੱਖ ਤੋਂ ਵੀ ਟਲ ਜਾਂਦਾ ਹੈ। ਸੰਤ ਕੇ ਦੋਖੀ ਕੋ ਨਾਹੀ ਠਾਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਸੰਤਾਂ ਦੇ ਦੋਖੀ ਨੂੰ ਲੋਕ ਪਰਲੋਕ ਵਿੱਚ ਠਾਓ, ਟਿਕਾਣਾ ਨਹੀਂ ਮਿਲਦਾ। ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਸੰਤਾਂ ਮਹਾਤਮਾ ਨੂੰ ਭਾ ਜਾਵੇ ਤਾਂ ਉਸ ਨੂੰ ਪਰਮੇਸ਼ਰ ਨਾਲ ਮਿਲਾ ਲੈਂਦੇ ਹਨ। ਸੰਤ ਕਾ ਦੋਖੀ ਅਧ ਵੀਚ ਤੇ ਟੂਟੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਦੇ ਦੇ ਅੰਦਰ ਸਮਝਾ ਰਹੇ ਹਨ, ਸੰਤ ਕਾ ਦੋਖੀ ਅੱਧ ਬੀਚ ਤੇ ਟੂਟੈ। ਕਿ ਸੰਤਾਂ ਦਾ ਦੋਖੀ ਅੱਧ ਬੀਚ, ਅੱਧ ਵਿਚਾਲਿਓਂ ਤੇ ਟੁੱਟ ਜਾਂਦਾ ਹੈ। ਉਹ ਪੂਰੀ ਜਵਾਨੀ ਨਹੀਂ ਭੋਗਦਾ, ਅੱਧ ਵਿਚਕਾਰ ਮੌਤ ਹੋ ਜਾਂਦੀ ਹੈ। ਅੱਧ ਵਿਚਕਾਰ ਤੋਂ ਵਡਿਆਈਆਂ ਦੀ ਤਾਰ ਵੀ ਟੁੱਟ ਜਾਂਦੀ ਹੈ। ਕੋਈ ਕਾਰਜ ਸਿਰੇ ਨਹੀਂ ਚੜ੍ਹਦਾ, ਅੱਧ ਵਿਚਾਲੋਂ ਹੀ ਟੁੱਟ ਜਾਂਦਾ ਹੈ। ਜੇਕਰ ਪਰਮੇਸ਼ਰ ਨਾਲ ਬਿਰਤੀ ਲਾਉਂਦਾ ਹੋਵੇ ਤਾਂ ਉਹ ਵੀ ਅੱਧ ਵਿਚਕਾਰੋਂ ਟੁੱਟ ਜਾਂਦੀ ਹੈ। ਜੈਸਾ ਕਿ ਟੂਟੇ ਨਿੰਦਕ ਕੀ ਅੱਧ ਬੀਚ। ਸੰਤ ਕਾ ਦੋਖੀ ਕਿਤੈ ਕਾਜ ਨਾ ਪਹੁੰਚੈ। ਕਿ ਸੰਤਾਂ ਦਾ ਦੋਖੀ ਕਿਸੇ ਕਾਰਜ ਵਿੱਚ ਨਹੀਂ ਪਹੁੰਚ ਸਕਦਾ। ਸੰਤ ਕੇ ਦੋਖੀ ਕੋ ਉਦਿਆਨ ਭਰਮਾਈਐ। ਕਿ ਸੰਤਾਂ ਦੇ ਦੋਖੀ, ਸੰਤਾਂ ਦੇ ਦੋਛੀ ਨੂੰ ਸੰਸਾਰ ਰੂਪੀ ਉਦਿਆਨ ਉਜਾੜ ਵਿੱਚ ਭਰਮਾਇਆ ਜਾਂਦਾ ਹੈ, ਜਮਾਂ ਦੀ ਉਜਾੜ ਵਿੱਚ ਫੇਰਿਆ ਜਾਂਦਾ ਹੈ। ਸੰਤ ਕਾ ਦੋਖੀ ਉਜੜ ਪਾਈਐ। ਕਿ ਸੰਤਾਂ ਦਾ ਦੋਛੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਉਜਾੜ ਵਿੱਚ ਪਾਈਂਦਾ ਹੈ। ਸੰਤ ਕਾ ਦੋਖੀ ਅੰਤਰ ਤੇ ਥੋਥਾ। ਸੰਤਾਂ ਦਾ ਦੋਛੀ ਹਿਰਦੇ ਦੇ ਅੰਦਰ ਤੋਂ ਥੋਥਾ ਖਾਲੀ ਹੁੰਦਾ ਹੈ, ਸੋਭ ਗੁਣਾਂ ਤੋਂ ਖਾਲੀ ਹੁੰਦਾ ਹੈ। ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ। ਜਿਵੇਂ ਸਾਸ ਸੁਆਸਾਂ ਤੋਂ ਬਗੈਰ ਮ੍ਰਿਤੂ ਮਨੁੱਖ ਦੀ ਲੋਥ ਲਾਸ ਹੁੰਦੀ ਹੈ। ਕਿ ਸੰਤਾਂ ਦਾ ਦੋਖੀ ਹਿਰਦੇ ਤੋਂ ਇਸੇ ਤਰ੍ਹਾਂ ਖਾਲੀ ਹੁੰਦਾ ਹੈ। ਸੰਤ ਕੇ ਦੋਖੀ ਕੀ ਜੜ ਕਿਛ ਨਾਹੀ। ਸੰਤਾਂ ਦੇ ਦੋਛੀ ਦੀ ਪੁੱਤਰ, ਧੀਆਂ, ਇਸਤਰੀ ਆਦਿ ਦੀ ਕੁਝ ਵੀ ਜੜ ਨਹੀਂ ਰਹਿੰਦੀ, ਭਾਵ ਕੁਲ ਦਾ ਮੁੱਢ ਤੋਂ ਖਾਤਮਾ ਹੋ ਜਾਂਦਾ ਹੈ। ਆਪਨ ਬੀਜ ਆਪੇ ਹੀ ਖਾਹੇ। ਸੰਤਾਂ ਦੇ ਦੋਖੀ ਅੰਦਰ ਸ਼ੁਭ ਗੁਣਾਂ ਦੀ ਤੇ ਸਰਦਾ ਭਾਵਨਾ ਦੀ ਕੋਈ ਜੜ ਨਹੀਂ ਹੁੰਦੀ। ਆਪਨ ਬੀਜ ਆਪੇ ਹੀ ਖਾਹੇ। ਆਪ ਹੀ ਆਪਣੇ ਕਰਮਾਂ ਨੂੰ ਬੀਜਣਾ ਕਰਦਾ ਹੈ ਤੇ ਆਪ ਹੀ ਫਿਰ ਖਾਂਦਾ ਹੈ। ਸੰਤ ਕੇ ਦੋਖੀ ਕੋ ਆਵਰ ਨ ਰਾਖਣ ਹਾਰ। ਸੰਤਾਂ ਦੇ ਦੋਛੀ ਨੂੰ ਸੰਸਾਰ ਵਿੱਚ ਹੋਰ ਕੋਈ ਵੀ ਰੱਖਣ ਵਾਲਾ ਨਹੀਂ। ਨਾਨਕ ਸੰਤ ਭਾਵੈ ਤਾਂ ਲਏ ਉਵਾਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜੇਕਰ ਸੰਤਾਂ ਨੂੰ ਭਾ ਜਾਏ, ਦੋਛੀ ਚੰਗਾ ਲੱਗ ਜਾਏ ਤਾਂ ਨਿੰਦਕ ਨੂੰ ਵੀ ਨਰਕਾਂ ਤੋਂ ਬਚਾ ਲੈਂਦੇ ਹਨ। ਸੰਤ ਕਾ ਦੋਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫਾਏ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ 6ਵੇਂ ਪਦੇ ਦੇ ਅੰਦਰ ਸਮਝਾ ਰਹੇ ਹਨ, ਸੰਤ ਕਾ ਦੋਖੀ ਇਉਂ ਬਿਲ ਲਾਏ। ਕਿ ਸੰਤਾਂ ਦਾ ਦੋਛੀ ਇਸ ਤਰ੍ਹਾਂ ਬਿਲ ਲਾਏ, ਬਿਰਲਾਪ ਕਰਦਾ ਹੈ।
ਜਿਉ ਜਲ ਵਿਹੂਨ ਮਛਲੀ ਤੜਫੜਾਏ। ਜਿਵੇਂ ਜਲ ਤੋਂ ਪਾਣੀ ਤੋਂ ਬਿਨਾ ਮੱਛੀ ਤੜਫਾਉਂਦੀ ਹੈ, ਐਸੇ ਤਰ੍ਹਾਂ ਸੰਤ ਦਾ ਦੋਖੀ ਤੜਫਦਾ ਹੈ। ਸੰਤ ਕਾ ਦੋਖੀ ਭੂਖਾ ਨਹੀਂ ਰਾਜੈ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ ਕਿ ਸੰਤ ਕਾ ਦੋਖੀ ਭੂਖਾ ਨਹੀਂ ਰਾਜੈ, ਕਿ ਸੰਤਾਂ ਦਾ ਦੋਖੀ ਕਦੇ ਵੀ ਰੱਜਦਾ ਨਹੀਂ, ਹਮੇਸ਼ਾ ਨਿੰਦਿਆ ਰੂਪੀ ਭੋਜਨ ਤੋਂ ਭੁੱਖਾ ਹੀ ਰਹਿੰਦਾ ਹੈ। ਸੰਤ ਕਾ ਦੋਖੀ ਤ੍ਰਿਸ਼ਨਾ ਕਰਕੇ ਭੁੱਖਾ ਹੋਇਆ ਕਦੇ ਰੱਜਦਾ ਨਹੀਂ। ਜਿਉ ਪਾਵਕ ਈਂਧਨ ਨਹੀਂ ਧਰਾਪੈ, ਕਿ ਜਿਉ ਜਿਵੇਂ ਪਾਵਕ ਅਗਨੀ ਈਂਧਨ ਲੱਕੜਾਂ ਨਾਲ ਰੱਜਦੀ ਭਾਵ ਤ੍ਰਿਪਤ ਨਹੀਂ ਹੁੰਦੀ, ਸੰਤਾਂ ਦਾ ਦੋਖੀ ਹਮੇਸ਼ਾ ਨਿੰਦਿਆ ਰੂਪੀ ਭੋਜਨ ਤੋਂ ਭੁੱਖਾ ਹੀ ਰਹਿੰਦਾ ਹੈ, ਨਿੰਦਿਆ ਕਰਨ ਦਾ ਹੀ ਆਦੀ ਰਹਿੰਦਾ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਸੰਤ ਕਾ ਦੋਖੀ ਛੁਟੈ ਅਕੇਲਾ, ਕਿ ਸੰਤਾਂ ਦਾ ਦੋਖੀ ਸੰਸਾਰ ਵਿੱਚ ਇਕੱਲਾ ਹੀ ਛੁੱਟੜ ਕੀਤਾ ਜਾਂਦਾ ਹੈ। ਜਿਉ ਬੁਆੜ ਤਿਲ ਖੇਤ ਮਾਹੀ ਦੁਹੇਲਾ, ਕਿ ਜਿਉ ਜਿਵੇਂ ਤਿਲਾਂ ਦੇ ਖੇਤ ਵਿੱਚ ਬੁਆੜ ਤਿਲ ਦਾ ਬੂਟਾ ਛੱਡਿਆ ਜਾਂਦਾ ਹੈ, ਉਹ ਦੁਹੇਲਾ ਦੁਖੀ ਹੀ ਰਹਿੰਦਾ ਹੈ। ਜਿਵੇਂ ਬੁਆੜ ਖਾਲੀ ਤਿਲਾਂ ਦਾ ਬੂਟਾ ਜੋ ਤਿਲਾਂ ਦੀ ਪੈਲੀ ਵਿੱਚ ਉਗਦਾ ਹੈ, ਜਿਸ ਦੀ ਫੜੀ ਵਿੱਚ ਤਿਲ ਨਹੀਂ ਹੁੰਦੇ, ਕੇਵਲ ਸੁਆਹ ਹੀ ਹੁੰਦੀ ਹੈ। ਜ਼ਿਮੀਂਦਾਰ ਤਿਲਾਂ ਵਾਲੇ ਬੂਟੇ ਕੱਟ ਕੇ ਲੈ ਜਾਂਦਾ ਹੈ ਅਤੇ ਬੁਆੜ ਤਿਲ ਨੂੰ, ਖਾਲੀ ਤਿਲਾਂ ਦੇ ਬੂਟੇ ਨੂੰ ਖੇਤ ਵਿੱਚ ਹੀ ਦੁਹੇਲਾ ਦੁਖੀ ਛੱਡ ਜਾਂਦੇ ਹਨ। ਛੁੱਟੇ ਤਿਲ ਬੁਆੜ ਜਿਉ ਸੁੰਝੈ ਅੰਦਰ ਖੇਤ, ਕਿ ਜੋ ਤਿਲਾਂ ਤੋਂ ਬਗੈਰ ਤਿਲਾਂ ਦਾ ਬੂਝਾ ਹੁੰਦਾ ਹੈ, ਜਿਸ ਵਿੱਚ ਸਵਾਹ ਬਣ ਜਾਂਦੀ ਹੈ, ਉਸ ਨੂੰ ਸੁੰਨੇ ਖੇਤ ਦੇ ਅੰਦਰ ਹੀ ਖੇਤੀ ਕਰਨ ਵਾਲਾ ਛੱਡ ਜਾਂਦਾ ਹੈ। ਇਸੇ ਤਰ੍ਹਾਂ ਕਿ ਦੋਸ਼ੀ ਸੰਸਾਰ ਵਿੱਚ ਇਕੱਲਾ ਹੀ ਛੁੱਟੜ ਕੀਤਾ ਜਾਂਦਾ ਹੈ। ਸੰਤ ਕਾ ਦੋਖੀ ਧਰਮ ਤੇ ਰਹਿਤ। ਮਹਾਰਾਜ ਜੀ ਸਮਝਾ ਰਹੇ ਹਨ ਕਿ ਸੰਤਾਂ ਦਾ ਦੋਖੀ ਧਰਮ ਤੋਂ ਰਹਿਤ ਹੁੰਦਾ ਹੈ, ਭਾਵ ਉਸ ਦਾ ਕੋਈ ਧਰਮ ਨਹੀਂ ਹੁੰਦਾ। ਸੰਤ ਕਾ ਦੋਖੀ ਸਦ ਮਿਥਿਆ ਕਹਿਤ, ਕਿ ਸੰਤਾਂ ਦਾ ਦੋਖੀ ਹਮੇਸ਼ਾ ਮਿਥਿਆ ਝੂਠਾ ਹੀ ਕਹੀਦਾ ਹੈ, ਭਾਵ ਹਮੇਸ਼ਾ ਝੂਠੇ ਸ਼ਬਦਾਂ ਨੂੰ ਹੀ ਬੋਲਦਾ ਹੈ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਸੰਤਾਂ ਦਾ ਨਿੰਦਕ ਆਪ ਜਸ ਕਰਨ ਵਾਲੇ ਦਾ ਜਿਹੋ ਜਿਹਾ ਕਿਰਤ ਕਰਮ ਸੀ, ਉਹੋ ਜਿਹਾ ਮੁੱਢ ਭਾਵ ਧੁਰ ਤੋਂ ਮੱਥੇ ਤੇ ਲਿਖਿਆ ਪਾਇਆ ਹੈ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਕਿ ਸੰਤਾਂ ਦਾ ਨਿੰਦਕ ਆਪ ਜਸ ਕਰਨ ਵਾਲੇ ਦਾ ਜਿਹੋ ਜਿਹਾ ਕਿਰਤ ਕਰਮ ਸੀ, ਉਹੋ ਜਿਹਾ ਮੁੱਢ ਤੋਂ ਉਸ ਦੇ ਮੱਥੇ ਤੇ ਲਿਖਿਆ ਪਿਆ ਹੈ। ਨਿੰਦਕ ਪੁਰਸ਼ ਦਾ ਨਿੰਦਿਆ ਕਰਨ ਵਾਲਾ ਕਰਮ ਧੁਰ ਤੋਂ ਹੀ ਲਿਖਿਆ ਪਿਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਹੜਾ ਉਹ ਹਰੀ ਪਰਮੇਸ਼ਰ ਨੂੰ ਭਾ ਜਾਂਦਾ ਹੈ, ਉਹੀ ਥਿਆ, ਉਹੀ ਹੁੰਦਾ ਹੈ। ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ, ਸੰਤਾਂ ਦੀ ਨਿੰਦਿਆ ਕਰਨ ਵਾਲਾ ਬਿਗੜ ਰੂਪ ਕੋੜੀ ਹੋ ਜਾਂਦਾ ਹੈ। ਬਿਗੜ ਕਿਹਾ ਕੋੜੀ ਨੂੰ, ਕਿ ਸੰਤਾਂ ਦੀ ਨਿੰਦਿਆ ਕਰਨ ਵਾਲਾ ਕੋੜੀ ਹੋ ਜਾਂਦਾ ਹੈ। ਸੰਤਾਂ ਦਾ ਦੋਖੀ ਪਰਮੇਸ਼ਰ ਦੇ ਸਰੂਪ ਪਛਾਣਨ ਨਾਲੋਂ ਬਿਗੜ ਰੂਪ ਵਾਲਾ ਹੋ ਜਾਂਦਾ ਹੈ। ਸੰਤ ਕੇ ਦੋਖੀ ਕੋ ਦਰਗਹਿ ਮਿਲੈ ਸਜਾਏ, ਸੰਤਾਂ ਦੇ ਦੋਖੀ ਨੂੰ ਦਰਗਾਹ ਦੇ ਵਿੱਚ ਪਰਲੋਕ ਦੇ ਵਿੱਚ ਸਜਾਏ ਸਜ਼ਾ ਮਿਲਦੀ ਹੈ। ਸੰਤ ਕਾ ਦੋਖੀ ਸਦਾ ਸਹਿਕਾਈਐ, ਸੰਤਾਂ ਦਾ ਦੋਖੀ ਹਮੇਸ਼ਾ ਸਹਿਕਾਈਐ, ਸਹਿਕਦਾ ਰਹਿੰਦਾ ਹੈ, ਭਾਵ ਤੜਫ ਤੜਫ ਕੇ ਸਾਹ ਲੈਂਦਾ ਹੈ। ਸੰਤ ਕਾ ਦੋਖੀ ਨਾ ਮਰੈ ਨਾ ਜਿਵਾਈਐ, ਕਿ ਸੰਤਾਂ ਦਾ
ਸੰਤਾਂ ਦਾ ਦੋਛੀ ਨਾ ਹੀ ਮਰਦਿਆਂ ਦੀ ਗਿਣਤੀ ਵਿੱਚ ਹੈ ਅਤੇ ਨਾ ਹੀ ਜੀਵਾਈ ਹੈ ਜਿਉਂਦਿਆਂ ਦੀ ਗਿਣਤੀ ਵਿੱਚ ਹੁੰਦਾ ਹੈ। ਭਾਵ ਸਾਹ ਤਾਂ ਚੱਲਦੇ ਹੁੰਦੇ ਹਨ ਪਰ ਪਰਮਾਰਥ ਵੱਲੋਂ ਕੋਈ ਹੋਸ਼ ਨਹੀਂ ਹੁੰਦੀ। ਸੰਤ ਕੇ ਦੋਖੀ ਕੀ ਪੂਜੈ ਨਾ ਆਸਾ। ਸੰਤਾਂ ਦੇ ਦੋਛੀ ਦੀ ਕੋਈ ਵੀ ਆਸਾ ਇੱਛਾ ਪੂਰੀ ਨਹੀਂ ਹੁੰਦੀ। ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ। ਸੰਤਾਂ ਦਾ ਦੋਖੀ ਨਿੰਦਕ ਦੁਨੀਆ ਤੋਂ ਨਿਰਾਸਾ ਬੇਆਸ ਹੀ ਉੱਠ ਕੇ ਚਲਿਆ ਜਾਂਦਾ ਹੈ। ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਏ। ਸੰਤਾਂ ਦੇ ਉੱਪਰ ਦੋਸ਼ ਆਰੋਪਣੇ ਕਰਕੇ ਕੋਈ ਵੀ ਤ੍ਰਿਸ਼ਟੈ ਇਸਤਤ ਨਹੀਂ ਰਹਿੰਦਾ, ਭਾਵ ਟਿਕਾਣਾ ਨਹੀਂ ਹੈ। ਜਿਹੋ ਜਿਹਾ ਹੋਣਾ ਭਾਵ ਭਾਉਂਦਾ ਹੈ। ਜੈਸਾ ਭਾਵ ਹੈ ਤੈਸਾ ਕੋਈ ਹੋਏ। ਜਿਹੋ ਜਿਹਾ ਹੋਣਾ ਭਾਉਂਦਾ ਹੈ ਉਹ ਜਿਹਾ ਕੋਈ ਹੋ ਜਾਵੇ ਤਾਂ ਵੀ ਇਸਤਤ ਨਹੀਂ ਹੋ ਸਕਦਾ। ਭਾਵੇਂ ਕੋਈ ਰਾਜਾ ਵੱਡਾ ਪੁਰਖ ਜਾਂ ਸਾਧ ਹੋਵੇ ਪਰ ਇਸਤਤ ਨਹੀਂ ਹੋ ਸਕਦਾ। ਇੱਥੇ ਸਦਾ ਟਿਕ ਕੇ ਨਹੀਂ ਰਹਿ ਸਕਦਾ। ਸਾਰਿਆਂ ਨੂੰ ਕਰਮਾਂ ਦਾ ਫਲ ਜ਼ਰੂਰ ਮਿਲੇਗਾ। ਪਿਆ ਕਿਰਤ ਨਾ ਮੇਟੈ ਕੋਏ। ਜਿਹੜਾ ਨਿੰਦਕ ਪੁਰਸ਼ ਦੇ ਮੱਥੇ ਤੇ ਮਾੜੇ ਕਰਮਾਂ ਦਾ ਲੇਖ ਪੈ ਗਿਆ ਹੈ ਉਸ ਨੂੰ ਭੋਗੇ ਤੋਂ ਬਿਨਾਂ ਕੋਈ ਵੀ ਮੇਟ ਨਹੀਂ ਸਕਦਾ। ਜੋ ਕਰਮ ਮੱਥੇ ਤੇ ਲਿਖਿਆ ਗਿਆ ਹੈ ਉਸ ਨੂੰ ਕੋਈ ਨਹੀਂ ਮੇਟ ਸਕਦਾ। ਨਾਨਕ ਜਾਣੈ ਸੱਚਾ ਸੋਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਗੱਲ ਨੂੰ ਉਹ ਸੱਚਾ ਪਰਮੇਸ਼ਰ ਆਪ ਹੀ ਜਾਣਦਾ ਹੈ। 8ਵੇਂ ਪਦੇ ਦੇ ਅੰਦਰ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਸਾਬ ਘਾਟ ਤਿਸ ਕੈ ਉਹ ਕਰਣੈ ਹਾਰ। ਸਦਾ ਸਦਾ ਤਿਸ ਕੋ ਨਮਸਕਾਰ। ਸਾਬ ਘਾਟ ਤਿਸ ਕੇ ਉਹ ਕਰਣੈ ਹਾਰ। ਉਸ ਪਰਮੇਸ਼ਰ ਦੇ ਸਾਰੇ ਸਰੀਰ ਚਾਰੇ ਖਾਣੀਆਂ ਆਦਿਕ ਰਚੇ ਹੋਏ ਹਨ, ਕਿਉਂਕਿ ਉਹ ਪਰਮੇਸ਼ਰ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ, ਭਾਵ ਰਚਣ ਵਾਲਾ ਹੈ। ਇਸ ਲਈ ਅਸੀਂ ਉਸ ਵਾਹਿਗੁਰੂ ਨੂੰ ਹਮੇਸ਼ਾ ਨਮਸਕਾਰ ਵੰਦਨਾ ਕਰਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਸਾਬ ਘਾਟ ਤਿਸ ਕੈ ਉਹ ਕਰਨੈ ਹਾਰ। ਤਿਸ ਉਹ ਪਰਮੇਸ਼ਰ ਦੇ ਸਾਰੇ ਸਰੀਰ ਚਾਰੇ ਖਾਣੀਆਂ ਆਦਿਕ ਰਚੇ ਹੋਏ ਹਨ, ਕਿਉਂਕਿ ਉਹ ਪਰਮੇਸ਼ਰ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ, ਭਾਵ ਰਚਣ ਵਾਲਾ ਹੈ। ਇਸ ਲਈ ਸਦਾ ਸਦਾ ਤਿਸ ਕੋ ਨਮਸਕਾਰ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਸ ਵਾਹਿਗੁਰੂ ਨੂੰ ਹਮੇਸ਼ਾ ਨਮਸਕਾਰ ਵੰਦਨਾ ਕਰਦੇ ਹਾਂ। ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਕਿ ਹਰੀ ਵਾਹਿਗੁਰੂ ਦੀ ਉਸਤਤੀ ਵਡਿਆਈ ਦਿਨ ਰਾਤ ਹੀ ਕਰਦੇ ਰਹਿਆ ਕਰੋ। ਤਿਸ ਹੈ ਧਿਆਵੋ ਸਾਸ ਗਰਾਸ। ਉਸ ਪਰਮੇਸ਼ਰ ਨੂੰ ਸਵਾਸ ਲੈਂਦਿਆਂ ਤੇ ਗਰਾਸ ਭੋਜਨ ਖਾਂਦਿਆਂ ਹਰ ਵੇਲੇ ਧਿਆਇਆ ਕਰੋ। ਸਭ ਕਸ ਵਰਤੈ ਤਿਸ ਕਾ ਕੀਆ। ਕਿ ਸਭ ਸਾਰਾ ਕੁਝ ਉਸ ਪਰਮਾਤਮਾ ਦਾ ਹੀ ਰਚਿਆ ਹੋਇਆ, ਭਾਵ ਕੀਤਾ ਹੋਇਆ ਵਰਤ ਰਿਹਾ ਹੈ। ਜੈਸਾ ਕਰੇ ਤੈਸਾ ਕੋ ਥੀਆ। ਜਿਹੋ ਜਿਹਾ ਉਹ ਪਰਮੇਸ਼ਰ ਕਰਦਾ ਹੈ ਉਹ ਜਿਹਾ ਕੋਈ ਥੀਆ ਹੋ ਰਿਹਾ ਹੈ, ਉਹ ਜਿਹਾ ਹੀ ਕੋਈ ਹੋ ਰਿਹਾ ਹੈ। ਜਿਹੋ ਜਿਹਾ ਨਿੰਦਕਾਂ ਦਾ ਕਰਤੱਵ ਸੀ ਪਰਮੇਸ਼ਰ ਨੇ ਉਹਨਾਂ ਨੂੰ ਉਹ ਜਿਹਾ ਬਣਾ ਦਿੱਤਾ ਹੈ। ਆਪਣਾ ਖੇਲ ਆਪ ਕਰਨੈ ਹਾਰ। ਪਰਮੇਸ਼ਰ ਆਪਣਾ ਸੰਸਾਰ ਦੇ ਰਚਣ ਦਾ ਖੇਲ ਤਮਾਸ਼ਾ ਆਪ ਹੀ ਕਰਨ ਵਾਲਾ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਇਹ ਦੂਸਰਾ ਕੌਣ ਕੋਈ ਉਸ ਦੇ ਕਰਤੱਵ ਦਾ ਨਿਰਣਾ ਕਰ ਸਕਦਾ ਹੈ, ਵਿਚਾਰ ਕਰਕੇ ਕਹਿ ਸਕਦਾ ਹੈ। ਕੋਈ ਨਹੀਂ ਕਹਿ ਸਕਦਾ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਜਿਸਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ, ਬੜਭਾਗੀ ਨਾਨਕ ਜਨ ਸੇ। ਗੁਰੂ ਅਰਜਨ ਦੇਵ ਮਹਾਰਾਜ ਜੀ ਅਖੀਰਲੇ ਪਦੇ ਦੇ ਅਖੀਰਲੇ ਬੰਦ ਦੇ ਵਿੱਚ ਸਮਝਾ ਰਹੇ ਹਨ
ਜਿਸਨੋ ਕਿਰਪਾ ਕਰੇ ਤਿਸ ਆਪਨ ਨਾਮ ਦੇ। ਜਿਸ ਉੱਤੇ ਹਰੀ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਸ ਨੂੰ ਆਪਣੇ ਨਾਮ ਦੀ ਦਾਤ ਦੇਣਾ ਕਰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਜਨ ਉਹ ਪੁਰਖ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ। ਜਿਸ ਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ। ਜਿਸ ਉੱਤੇ ਹਰੀ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਸ ਨੂੰ ਆਪਣੇ ਨਾਮ ਦੀ ਦਾਤ ਦੇਣਾ ਕਰਦਾ ਹੈ। ਬੜਭਾਗੀ ਨਾਨਕ ਜਨ ਸੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੇ ਉਹ ਪੁਰਖ ਬੜਭਾਗੀ ਵੱਡਿਆਂ ਭਾਗਾਂ ਵਾਲਾ ਹੈ ਜਿਸ ਨੂੰ ਵਾਹਿਗੁਰੂ ਨੇ ਆਪਣੀ ਦ੍ਰਿਸ਼ਟੀ ਕਰਕੇ ਆਪਣਾ ਨਾਮ ਦੇਣਾ ਕੀਤਾ ਹੈ। ਨਾਮ ਦੀ ਵਡਿਆਈ ਹੈ। ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਹੈ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਨਿੰਦਕਾਂ ਬਾਰੇ ਬਾਣੀ ਵਿੱਚ ਕੱਲੀ ਕੱਲੀ ਪੰਕਤੀ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਕਿ ਨਿੰਦਕ ਕਦੇ ਵੀ ਸੰਸਾਰ ਸਮੁੰਦਰ ਤੋਂ ਤਰ ਨਹੀਂ ਸਕਦਾ। ਜੋ ਸਾਧੂ ਜਨਾਂ ਦੀ ਨਾਮ ਜਪਣ ਵਾਲਿਆਂ ਦੀ ਜਿਨ੍ਹਾਂ ਦੀ ਜਿਹਬਾ 'ਤੇ ਨਾਮ ਵਸਿਆ ਹੋਇਆ ਹੈ, ਜਿਹੜਾ ਉਹਨਾਂ ਦੀ ਨਿੰਦਿਆ ਕਰਦਾ ਹੈ, ਦੋਸ਼ ਲਾਉਂਦਾ ਹੈ, ਉਹ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ। ਬਾਣੀ ਦੁਆਰਾ ਸਮਝਾਉਣਾ ਕੀਤਾ ਹੈ ਕਿੰਨੇ ਉਸ ਦੇ ਨਾਲ ਹੁੰਦੀ ਹੈ। ਬਾਣੀ ਨੇ ਸਮਝਾਉਣਾ ਕੀਤਾ ਹੈ ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ ਕਿਰਪਾ